ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਪੰਜਾਬ ਆ ਰਹੇ ਨੇ। ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਵੱਡੀ ਰੈਲੀ ਕਰ ਰਹੇ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਸਿਆਸਤ ਦੇ ਅੰਦਰ ਕੱਲ ਵੱਡੇ ਧਮਾਕੇ ਹੋਣਗੇ, ਵੱਡੇ ਪਟਾਕੇ ਪੈਣਗੇ। ਪਰ ਉਸ ਤੋਂ ਪਹਿਲਾਂ 5 ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਪਾਰਟੀ ਦਾ ਨਵਾਂ ਗਠਜੋੜ ਟੁੱਟਿਆ ਭਾਜਪਾ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਨਾਲੋਂ, ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੇ ਵੱਡਾ ਬਿਆਨ ਦੇ ਦਿੱਤਾ ਹੈ। ਸਵਾਗਤ ਕਰਨ ਦੀ ਗੱਲ ਕਹੀ ਹੈ, ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਜਿੱਥੇ ਸਵਾਗਤ ਕਰ ਰਹੇ ਨੇ ਉੱਥੇ ਹੀ ਕਿਸਾਨ ਜਿਹੜੇ ਆ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੇ ਨੇ। ਇਹ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ? ਕੀ ਸੰਕੇਤ ਨੇ ਕਿ 2022 ਦੀਆਂ ਚੋਣਾਂ ਤੋਂ ਬਾਅਦ ਦੁਬਾਰਾ ਫਿਰ ਅਕਾਲੀ ਭਾਜਪਾ ਦਾ ਗਠਜੋੜ ਹੋਣ ਜਾ ਰਿਹਾ ਹੈ, ਜਾਂ ਕੱਲ ਪ੍ਰਕਾਸ਼ ਸਿੰਘ ਬਾਦਲ ਵੀ ਕੋਈ ਵੱਡਾ ਧਮਾਕਾ ਕਰਨ ਜਾ ਰਹੇ ਨੇ? ਇਸ ਰੈਲੀ ਦੇ ਦੌਰਾਨ ਕੀ ਕੁਝ ਹੋਣ ਜਾ ਰਿਹਾ ਕੱਲ ਦੀ ਸਿਆਸਤ ਦੇ ਅੰਦਰ? ਪ੍ਰਕਾਸ਼ ਸਿੰਘ ਬਾਦਲ ਕੀ ਕਹਿੰਦੇ ਨੇ ਪਹਿਲਾਂ ਉਹ ਵੀ ਦੱਸਾਂਗੇ, ਫਿਰ ਉਸ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਪ੍ਰਸਿੱਧ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत धन्यवाद सुखविंदर सिंह जी। मैं अपनी टीम ਨੂੰ ਕਹਾਂਗਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਉਹ ਬਿਆਨ ਜਿਹੜਾ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਇਆ ਜਾਵੇ ਤੇ ਉਹ ਇੱਕ ਵਾਰੀ ਅਸੀਂ ਪੜ੍ਹਾ ਕੇ ਵੀ ਦਿਖਾਵਾਂਗੇ, ਸੁਣਾਵਾਂਗੇ ਸਾਡੇ ਦਰਸ਼ਕਾਂ ਨੂੰ। ਇਹ ਦਿਖਾਇਆ ਜਾਵੇ। ਇਹਦੇ ਵਿੱਚ ਲਿਖਦੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਫੀਸ਼ੀਅਲ ਪੇਜ ਦੇ ਉੱਪਰ ਇਹ ਬਿਆਨ ਛਾਪਿਆ ਗਿਆ। ਕਿਹਾ ਗਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਦੌਰਾਨ ਹਮੇਸ਼ਾ ਹੀ ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈ। ਵੱਡੀ ਗੱਲ ਜਿਹੜੀ ਕਹੀ ਗਈ ਹੈ, ਇਹ ਇੱਕ ਬਹੁਤ ਵੱਡਾ ਤੇ ਚੰਗਾ ਸੰਕੇਤ ਹੋਵੇਗਾ ਜੇਕਰ ਉਹ ਸਿੱਖ ਧਰਮ ਦੇ ਪਾਵਨ ਅਸਥਾਨਾਂ ਤੇ ਹੋਈ ਬੇਅਦਬੀ ਦੀ ਦਰਦਨਾਕ ਲੜੀ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੁਆਰਾ ਕੀਤੇ ਜਾਣ ਦਾ ਐਲਾਨ ਕਰਦੇ ਨੇ ਅਤੇ ਪੰਜਾਬੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨਾਲ ਸੰਬੰਧਿਤ ਹੋਰ ਮੁੱਦਿਆਂ ਤੇ ਸੰਬੋਧਨ ਕਰਦੇ ਨੇ। ਮੈਂ ਪ੍ਰਧਾਨ ਮੰਤਰੀ ਨੂੰ 1984 ਦੇ ਕਤਲੇਆਮ ਲਈ ਇਨਸਾਫ ਦੀ ਉਡੀਕ ਕਰ ਰਹੇ ਹਜ਼ਾਰਾਂ ਸਿੱਖ ਪਰਿਵਾਰਾਂ ਦੀ ਯਾਦ ਦਿਵਾਉਣਾ ਚਾਹਾਂਗਾ। ਉਹਨਾਂ ਦੇ ਪੰਜਾਬ ਆਉਣ ਤੇ ਸੱਚਮੁੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਜੇਕਰ ਉਹ ਲਗਾਤਾਰ ਕਾਂਗਰਸ ਸਰਕਾਰ ਦੁਆਰਾ ਸਿੱਖ ਕੌਮ ਨੂੰ ਦਿੱਤੇ ਗਏ ਜ਼ਖਮਾਂ ਤੇ ਮਰਹਮ ਧਰਨਗੇ। ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ। ਸਰ, ਕਿਵੇਂ ਦੇਖਦੇ ਹੋ? ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਦੇ ਨਾਲ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਪਰ ਜਾਰੀ ਕੀਤਾ ਗਿਆ। ਜੇ ਮੈਂ ਤੁਹਾਨੂੰ ਕਹਾਂ ਕਿ ਸੌਖੀ ਭਾਸ਼ਾ ਦੇ ਵਿੱਚ, ਕਿਉਂਕਿ ਇਹ ਲਿਖਤੀ ਭਾਸ਼ਾ ਹੁੰਦੀ ਹੈ, ਸ਼ਬਦਾਂ ਦਾ ਹੇਰ-ਫੇਰ ਵੀ ਹੋ ਜਾਂਦਾ ਹੈ, ਤਾਂ ਜੇ ਤੁਹਾਡੀ ਸੋਚ ਦੇ ਮੁਤਾਬਕ, ਸੂਝ-ਬੂਝ ਦੇ ਮੁਤਾਬਕ ਸੌਖੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਇਹ ਬਿਆਨ ਸਮਝਾਉਣਾ ਹੋਵੇ ਤਾਂ ਕਿਵੇਂ ਤੁਸੀਂ ਸਮਝਾਓਗੇ? ਫਿਰ ਵਿਚਾਰ ਚਰਚਾ ਅੱਗੇ ਵਧਾਉਂਦੇ ਹਾਂ। ਸੁਖਵਿੰਦਰ, ਪੰਜਾਬ ਦੀ ਜਿਹੜੀ ਪਾਪੂਲੇਸ਼ਨ ਆ ਉਹਦਾ 57-58% ਪਾਪੂਲੇਸ਼ਨ ਸਿੱਖਾਂ ਦੀ ਪਾਪੂਲੇਸ਼ਨ ਹੈ। ਤੇ ਜਿਹੜੀ ਅਕਾਲੀ ਦਲ ਟ੍ਰੈਡੀਸ਼ਨਲੀ ਪਾਰਟੀ ਰਹੀ ਹੈ ਉਹਦਾ ਸਪੋਰਟ ਬੇਸ ਪੰਜਾਬ ਦੇ ਸਿੱਖਾਂ ਵਿੱਚ ਖਾਸ ਕਰਕੇ ਪੀਜੈਂਟਰੀ ਵਿੱਚ ਰਿਹਾ ਹੈ। ਇਸ ਕਰਕੇ ਜਿਹੜੇ ਪੰਜਾਬ ਦੀ ਸਿੱਖ ਪੀਜੈਂਟਰੀ, ਸਿੱਖ ਪਾਪੂਲੇਸ਼ਨ ਦੇ ਮੁੱਦੇ ਨੇ ਉਹ ਅਕਾਲੀ ਦਲ ਦੀ ਪੋਲਿਟਿਕਸ ਦਾ ਅਹਿਮ ਹਿੱਸਾ ਰਹੇ ਨੇ। ਜਿਹੜੀ 84 ਦੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ, 84 ਦੀਆਂ ਦੋ ਮੰਦਭਾਗੀਆਂ ਘਟਨਾਵਾਂ, ਪਹਿਲੀ ਆਪਣਾ ਕਾਂਗਰਸ ਦੀ ਸੈਂਟਰ ਦੀ ਸਰਕਾਰ ਪੰਜਾਬ ਵਿੱਚ ਉਸ ਵੇਲੇ ਗਵਰਨਰੀ ਰੂਲ ਸੀਗਾ, ਇਸ ਕਰਕੇ ਮੈਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਦੀ ਗੱਲ ਕਰ ਰਿਹਾ, ਨੇ ਗੋਲਡਨ ਟੈਂਪਲ ਤੇ ਅਟੈਕ ਕਰਵਾਇਆ, ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਜੂਨ 1984 ਵਿੱਚ। ਤੇ ਉਸ ਤੋਂ ਬਾਅਦ ਅਕਤੂਬਰ 84 ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ। ਉਸ ਤੋਂ ਬਾਅਦ ਦਿੱਲੀ ਤੇ ਬਾਕੀ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਇਸ ਕਰਕੇ 84 ਪੰਜਾਬ ਦੇ ਇਤਿਹਾਸ ਵਿੱਚ, ਸਿੱਖਾਂ ਦੇ ਇਤਿਹਾਸ ਵਿੱਚ ਬਹੁਤ ਮਾਇਨੇ ਰੱਖਦਾ ਔਰ ਬੜਾ ਮੰਦਭਾਗੀਆਂ ਘਟਨਾਵਾਂ ਨਾਲ ਭਰਿਆ ਪਿਆ। ਇਸ ਕਰਕੇ ਅਕਾਲੀ ਦਲ ਬੀਇੰਗ ਸਿੱਖ ਪਾਰਟੀ, ਉਹ ਪਾਰਟੀ ਜਿਹਦਾ ਪੰਜਾਬ ਦੀ ਪੀਜੈਂਟਰੀ ਦੇ ਵਿੱਚ ਸਪੋਰਟ ਬੇਸ ਹੈ, 84 ਦੀਆਂ ਘਟਨਾਵਾਂ ਨੂੰ ਲਗਾਤਾਰ ਇਨਵੋਕ ਕਰਦੀ ਰਹੀ ਹੈ, ਇਹਦੀ ਗੱਲ ਕਰਦੀ ਰਹੀ ਹੈ। ਜਾਣੀ ਕਿ ਅਕਾਲੀ ਦਲ ਦੀ ਤੁਹਾਨੂੰ ਕਦੇ ਹੀ ਕੋਈ ਸਟੇਜ ਮਿਲੇਗੀ ਜਿਸ ਸਟੇਜ ਤੋਂ 84 ਦਾ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਆ ਉਹਦਾ ਜ਼ਿਕਰ ਨਾ ਹੋਵੇ,
ਜਾਂ ਜਿਹੜੇ 84 ਵਿੱਚ ਅਕਤੂਬਰ 84 ਵਿੱਚ ਦਿੱਲੀ ਤੇ ਬਾਕੀ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲ ਹੋਇਆ। ਸੋ ਇਹ ਦੋ ਬੜੇ ਅਹਿਮ ਮੁੱਦੇ ਨੇ। ਜਦੋਂ 84 ਦੀ ਗੱਲ ਕਰਕੇ ਤੁਸੀਂ ਜਾਣੀ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੂੰ 84 ਦੀ ਗੱਲ ਕਰ ਰਹੇ ਨੇ, ਇਹਨੇ ਵੇ ਉਹ 84 ਦੀਆਂ ਘਟਨਾਵਾਂ ਨੂੰ ਵਾਪਸ ਲਿਆ ਕੇ ਆਪਣੀ ਜਿਹੜੀ ਪਾਰਟੀ ਦੀ ਪੋਲਿਟਿਕਸ ਹੈ, ਜਿਹੜੀ ਅਕਾਲੀ ਦਲ ਦੀ ਪੋਲਿਟਿਕਸ ਹੈ, ਉਹਦੇ ਸੈਂਟਰ ਸੇ ਤੇ ਲਿਆਉਣਾ ਚਾਹੁੰਦੇ ਨੇ। ਇਦਾਂ ਹੀ ਜਿਹੜੀ ਦੂਜੀ ਗੱਲ ਉਹਨਾਂ ਨੇ ਕਹੀ ਆ, ਉਹਦਾ ਮਹੱਤਵ ਹੋਰ ਵੀ ਜ਼ਿਆਦਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਿਹੜੀ ਬੇਅਦਬੀ ਦੀ ਘਟਨਾਵਾਂ ਦੀ ਇਨਕੁਆਇਰੀ ਕਰਵਾਉਣ ਤਾਂ ਕਿ ਸਿੱਖਾਂ ਨੂੰ ਇਨਸਾਫ ਮਿਲ ਸਕੇ। ਤੁਹਾਨੂੰ ਯਾਦ ਹੋਏਗਾ ਕਿ ਜਿਹੜੀ 2017 ਦੀ ਇਲੈਕਸ਼ਨ ਸੀਗੀ, ਉਸ ਇਲੈਕਸ਼ਨ ਵਿੱਚ ਅਕਾਲੀ ਦਲ ਨੂੰ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਇਆ, ਉਹਦੇ 'ਚ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਭ ਤੋਂ ਵੱਡਾ ਫੈਕਟਰ ਸੀਗਾ, ਉਹ ਫੈਕਟਰ ਸੀਗਾ ਜਿਹੜੀ ਉਹਨਾਂ ਦੇ ਕਾਰਜਕਾਲ ਵਿੱਚ ਬੇਅਦਬੀ ਹੋਈ। ਬੇਅਦਬੀ ਤੋਂ ਬਾਅਦ ਗੋਲੀ ਦੀਆਂ ਘਟਨਾਵਾਂ ਹੋਈਆਂ। ਸੋ ਬੇਅਦਬੀ ਦਾ ਮੁੱਦਾ ਤੇ ਬੇਅਦਬੀ ਨਾਲ ਸੰਬੰਧਿਤ ਜਿਹੜੇ ਸਿੱਖ ਪ੍ਰੋਟੈਸਟ ਕਰਦੇ ਸੀ ਉਹਨਾਂ ਦੀ, ਤੇ ਜਿਹੜੀ ਗੋਲੀ ਚੱਲੀ ਜਿਹਦੇ 'ਚ 2 ਸਿੱਖ ਮਾਰੇ ਗਏ, ਉਹ ਮੁੱਦਾ, ਉਹਨਾਂ ਮੁੱਦਿਆਂ ਨੇ 2017 ਦੀ ਇਲੈਕਸ਼ਨ ਵਿੱਚ ਅਕਾਲੀ ਦਲ ਦੀ ਹਾਰ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ। ਇਸ ਕਰਕੇ ਤੁਸੀਂ ਇਹਨੂੰ ਇਸ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰੋ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅਕਾਲੀ ਦਲ ਪੈਟਰਨ ਹੈਗੇ ਨੇ, ਉਹ ਇਹ ਗੱਲਾਂ ਕਰਕੇ ਇਹ ਕਹਿਣਾ ਚਾਹੁੰਦੇ ਨੇ ਕਿ ਦੇਖੋ ਜੀ, ਬੇਅਦਬੀ ਦੀਆਂ ਘਟਨਾਵਾਂ, ਮੰਦਭਾਗੀਆਂ ਘਟਨਾਵਾਂ ਹੋਈਆਂ, ਪਰ 5 ਸਾਲ ਕਾਂਗਰਸ ਦੀ ਸਰਕਾਰ ਰਹਿਣ ਦੇ ਬਾਵਜੂਦ ਇਨਸਾਫ ਨਹੀਂ ਮਿਲਿਆ। ਇਸ ਗੱਲ ਦਾ ਜਿਹੜਾ ਇੰਪਲਾਈਡ ਮੀਨਿੰਗ ਜਿਹੜਾ ਉਹਨਾਂ ਦੀ ਸਰਕਾਰ ਦੇ ਉੱਪਰ ਜਾਂ ਅਕਾਲੀ ਦਲ ਦੇ ਉੱਪਰ ਲੱਗਿਆ ਧੱਬਾ ਜਿਹੜਾ ਹੈਗਾ, ਚਾਹੇ ਉਹ ਗੋਲੀकांड ਦਾ ਹੋਵੇ, ਚਾਹੇ ਉਹ ਬੇਅਦਬੀਆਂ ਦਾ ਹੋਵੇ, ਇਹ ਇਸ ਚੀਜ਼ ਦੀ ਮੰਗ ਕਰਕੇ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ, ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕਰਕੇ ਇੱਕ ਤਰੀਕੇ ਦੇ ਨਾਲ ਅਕਾਲੀ ਦਲ ਦੇ ਉੱਪਰੋਂ ਇਹ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਦੋਂ ਇੱਕ ਕਦਮ ਅੱਗੇ ਕਹੋ। ਇੱਕ ਤਾਂ ਦੇਖੋ ਅਕਾਲੀ ਦਲ ਤੋਂ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਦੂਜਾ ਜਿਹੜੀ ਪਾਰਟੀ ਨੇ ਇਸ ਧੱਬੇ ਨੂੰ ਉਛਾਲ ਕੇ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ, ਯਾਨੀ ਕਿ ਮੌਜੂਦਾ ਕਾਂਗਰਸ ਦੀ ਸਰਕਾਰ, ਇਸ ਕਾਂਗਰਸ ਨੇ ਬੇਅਦਬੀ ਦੇ ਮੁੱਦੇ ਨੂੰ ਅਕਾਲੀ ਦਲ ਦੇ ਖਿਲਾਫ ਰੱਜ ਕੇ ਯੂਜ਼ ਕੀਤਾ ਹੈ ਜੀ। ਤੇ ਪਰ ਪੂਰੀ 5 ਸਾਲਾਂ ਵਿੱਚ ਬੇਅਦਬੀ ਮੁੱਦੇ ਤੇ ਕੋਈ ਠੋਸ ਪ੍ਰਾਪਤੀ ਅਜੇ ਤੱਕ ਨਜ਼ਰ ਨਹੀਂ ਆਉਂਦੀ। ਇਨਕੁਆਇਰੀ ਚੱਲ ਰਹੀ ਹੈ, ਆਪਣਾ ਡੇਰਾ ਮੁਖੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਿਹੜੀ ਉਹ ਸਿੱਟ ਬਣੀ ਹੈ, ਉਹਨੇ ਕੋਈ ਰਿਪੋਰਟ ਸਬਮਿਟ ਨਹੀਂ ਕੀਤੀ। ਇਸ ਕਰਕੇ ਬੇਅਦਬੀ ਦਾ ਮੁੱਦਾ 5 ਸਾਲ ਕਾਂਗਰਸ ਦੀ ਸਰਕਾਰ ਰਹਿਣ ਦੇ ਬਾਵਜੂਦ ਇਨਕਲੂਸਿਵ, ਜਾਣੀ ਕਿ ਅਕਾਲੀ ਦਲ ਜਾਂ ਕਰਨ ਦੀ ਕੋਸ਼ਿਸ਼ ਠੀਕ ਹੈ। ਇਹ ਉਹ ਮੁੱਦੇ ਜਿਹੜੇ ਇਹਨਾਂ ਦੇ ਵੱਲੋਂ ਉਭਾਰ ਦਿੱਤੇ ਗਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ, ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀ। ਪਰ ਜਿਸ ਤਰੀਕੇ ਦੇ ਨਾਲ ਕਿਸਾਨੀ ਮੁੱਦਿਆਂ ਤੇ ਇੰਨਾ ਲੰਬਾ ਸੰਘਰਸ਼ ਚੱਲਿਆ, ਜਿਹਦੇ ਕਿਸਾਨੀ ਮੁੱਦਿਆਂ ਦੇ ਕਰਕੇ ਆਪਸੀ ਇਹਨਾਂ ਦਾ ਗਠਜੋੜ ਵੀ ਟੁੱਟ ਗਿਆ, ਤੇ ਉਹ ਹਲੇ ਵੀ ਮੁੱਦੇ ਜਿਹੜੇ ਆ ਉਹ ਨਿਬੜੇ ਨਹੀਂ। MSP ਦਾ ਮੁੱਦਾ ਹਾਲੇ ਵੀ ਉਵੇਂ ਹੀ ਅੜਿਆ ਹੋਇਆ ਹੈ। ਤੇ ਕਿਸਾਨ ਜਿਹੜੇ ਆ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਉਹ ਆਪਾਂ ਦੇਖ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਥਾਈਂ ਵੀਡੀਓ ਆ ਰਹੀਆਂ ਨੇ, ਸਮੇਂ ਤੇ ਵੀਡੀਓ ਆ ਰਹੀਆਂ, ਉੱਥੇ ਤਣਾਅ ਦਾ ਮਾਹੌਲ ਹੈ। ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਵੀ ਟਕਰਾਅ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਜਿਹੜੀ ਬਣਦੀ ਉੱਥੇ ਦਿਖਾਈ ਦਿੱਤੀ ਹੈ, ਕਈ ਥਾਵਾਂ ਤੇ ਹੋਈ ਵੀ ਹੈ। ਕਿਸਾਨ ਇੱਕ ਪਾਸੇ ਨਰਿੰਦਰ ਮੋਦੀ ਦਾ ਵਿਰੋਧ ਕਰ ਰਹੇ ਨੇ, ਦੂਜੇ ਪਾਸੇ ਅਕਾਲੀ ਦਲ ਜਿਹੜਾ ਖੁਦ ਆਪਣੇ ਆਪ ਨੂੰ ਕਿਸਾਨਾਂ ਦੀ ਜਥੇਬੰਦੀ ਤੱਕ ਕਹਾਉਂਦਾ ਹੈ, ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਿਹਾ, ਜਦ ਕਿ ਹਲੇ ਕਿਸਾਨੀ ਮੁੱਦੇ ਜਿਹੜੇ ਆ ਉਹ ਹਲੇ ਵਿਚਾਲੇ ਅੜੇ ਹੋਏ ਨੇ। ਤੇ ਕਿਸਾਨੀ ਮੁੱਦਿਆਂ ਦਾ ਇਸ ਆਪਣੀ ਪੋਸਟ ਦੇ ਵਿੱਚ, ਇਸ ਆਪਣੇ ਬਿਆਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜ਼ਿਕਰ ਵੀ ਨਹੀਂ ਕਰਦੇ। ਇਹ ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਨਾ, ਮੈਂ ਇਹਦਾ ਜਵਾਬ ਤੁਹਾਨੂੰ ਹੁਣੇ ਦਿੰਦਾ। ਪਹਿਲਾਂ ਜਿਹੜੀ ਆਪਣੀ ਗੱਲ ਹੋ ਰਹੀ ਸੀ, ਉਹਦੇ 'ਚ ਇੱਕ ਦੋ ਗੱਲਾਂ ਮੈਂ ਹੋਰ ਐਡ ਕਰਦੇ ਹਾਂ। ਮੈਂ ਤੁਹਾਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ 84 ਦੀਆਂ ਘਟਨਾਵਾਂ ਅਕਾਲੀ ਦਲ ਦੀ ਪੋਲਿਟਿਕਸ ਵਿੱਚ ਹਮੇਸ਼ਾ ਅਹਿਮ ਰਹੀਆਂ ਨੇ। ਨਾਲ ਇਹ ਗੱਲ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਸੀ ਕਿ 94 ਵਿੱਚ ਇੱਕ ਵਾਰ ਅੰਮ੍ਰਿਤਸਰ ਡਿਕਲੇਰੇਸ਼ਨ ਇੱਕ ਹੋਇਆ ਸੀ, ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਅਲੱਗ-ਅਲੱਗ ਫੈਕਸ਼ਨ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਸ਼ਬਦ ਯੂਜ਼ ਕੀਤਾ ਗਿਆ ਸੀ ਕਿ ਅਕਾਲੀ ਦਲ ਦਾ ਨਿਸ਼ਾਨਾ ਹੈਗਾ ਕਨਫੈਡਰੇਸ਼ਨ। ਉਸ ਵੇਲੇ ਬਾਦਲ ਸਾਹਿਬ ਨੇ ਯੂਨੀਵਰਸਿਟੀ ਵਿੱਚ ਕੋਈ ਐਸਾ ਪ੍ਰੋਫੈਸਰ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਨੂੰ ਕਨਫੈਡਰੇਸ਼ਨ ਬਾਰੇ ਦੱਸ ਸਕਦਾ ਹੋਵੇ। ਉਹ ਬਾਈ ਚਾਂਸ ਮੈਂ ਉਹਨਾਂ ਨੂੰ ਲੱਭ ਗਿਆ, ਇਸ ਕਰਕੇ ਮੈਨੂੰ ਮੌਕਾ ਮਿਲਿਆ ਬਾਦਲ ਸਾਹਿਬ ਨੂੰ ਕਨਫੈਡਰੇਸ਼ਨ ਦਾ ਮੀਨਿੰਗ ਸਮਝਾਉਣ ਦਾ। ਜਿਹੜੀ ਗੱਲ ਮੈਂ ਤੁਹਾਡੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ, 94 ਵਿੱਚ ਜਦੋਂ
ਅਕਾਲ ਤਖਤ ਦੇ ਜਥੇਦਾਰ ਨੇ ਅਲੱਗ-ਅਲੱਗ ਅਕਾਲੀ ਫੈਕਸ਼ਨ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੇਰੇ ਕੋਲੋਂ ਪ੍ਰਕਾਸ਼ ਸਿੰਘ ਬਾਦਲ ਨੇ ਬੀਂਗ ਪ੍ਰਧਾਨ ਸਲਾਹ ਲਈ ਤੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੈ। ਉਸ ਵੇਲੇ ਤੋਂ ਅਕਾਲੀ ਦਲ ਦੀ ਜਿਹੜੀ ਨਰਮ ਖਿਆਲੀ ਵਾਲੀ ਪੋਲਿਟਿਕਸ ਸ਼ੁਰੂ ਹੋ ਗਈ ਸੀ, ਕਿਉਂਕਿ ਅਕਾਲੀ ਦਲ ਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਮਿਲੀਟੈਂਸੀ ਵਾਲੀ ਰਾਜਨੀਤੀ ਸਫਲ ਨਹੀਂ ਹੋਈ, ਇਸ ਕਰਕੇ ਜੇ ਅਸੀਂ ਨਰਮ ਖਿਆਲ ਵਾਲੀ ਪੋਲਿਟਿਕਸ ਕਰਾਂਗੇ ਤਾਂ ਹੀ ਇਲੈਕਟੋਰਲੀ ਸਫਲ ਹੋ ਸਕਦੇ ਹਾਂ। ਸੋ ਸਫਲ ਵੀ ਹੋਏ। ਉਸ ਤੋਂ ਬਾਅਦ ਮੋਗਾ ਡਿਕਲੇਰੇਸ਼ਨ ਵਿੱਚ ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕੀਤੀ, ਸ਼ਾਂਤੀ ਦੀ ਗੱਲ ਕੀਤੀ, ਉਹ ਪੋਲਿਟਿਕਸ ਕਾਮਯਾਬ ਹੁੰਦੀ ਰਹੀ। ਪਰੰਤੂ 2015 ਵਿੱਚ ਅਕਾਲੀ ਦਲ ਨੇ ਕੀ ਕੀਤਾ? ਅਕਾਲੀ ਦਲ ਨੇ ਡੇਰਾ ਮੁਖੀ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ, ਜਿਹਦੇ ਖਿਲਾਫ ਪਹਿਲਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਉਹਨੂੰ ਮਾਫੀ ਦਵਾ ਦਿੱਤੀ। ਉਹ ਗੱਲ, ਉਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਹੋ ਗਈਆਂ। ਇਸ ਗੱਲ ਨੂੰ ਸਿੱਖ ਜਗਤ ਨੇ ਬਹੁਤ ਬੁਰੀ ਤਰ੍ਹਾਂ ਲਿਆ, ਜਾਣੀ ਕਿ ਅਕਾਲੀ ਦਲ ਦੇ ਸਿੱਖਾਂ ਵਿੱਚ ਕ੍ਰੈਡੈਂਸ਼ੀਅਲ 2015 ਵਿੱਚ ਇਸ ਕਰਕੇ ਖਤਮ ਹੋ ਗਏ ਕਿਉਂਕਿ ਅਕਾਲੀ ਦਲ ਨੇ ਅਕਾਲ ਤਖਤ ਦੇ ਜਥੇਦਾਰ ਤੋਂ ਪਹਿਲਾਂ ਡੇਰਾ ਮੁਖੀ ਨੂੰ ਮਾਫੀ ਦਵਾਈ, ਜਿਹਨੂੰ ਅਕਾਲੀ ਦਲ ਦੇ ਕੁਝ ਬੰਦਿਆਂ ਨੇ ਇਦਾਂ ਕਿਹਾ ਸੀਗਾ ਜੀ ਕਿ ਜੀ ਇਹ ਉਹ ਕਦਮ ਹੈ ਜਿਸ ਕਦਮ ਨਾਲ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰਾ ਮਜ਼ਬੂਤ ਹੋਏਗਾ। ਸੋ ਇਹ ਪਿਛੋਕੜ ਸੀਗਾ। ਦੱਸਣਾ ਮੈਂ ਤੁਹਾਨੂੰ ਇਹ ਚਾਹੁੰਦਾ ਕਿ ਜਿਹੜੀ ਇਹ ਮੋਡਰੇਸ਼ਨ ਸੀਗੀ, ਇੱਕ ਸਟੇਜ ਤੇ ਆ ਕੇ ਉਹਦੇ ਸਿੱਟੇ ਉਲਟੇ ਨਿਕਲਣੇ ਸ਼ੁਰੂ ਹੋ ਗਏ, ਜਾਣੀ ਕਿ ਅਕਾਲੀ ਦਲ ਨੂੰ ਇਲੈਕਟੋਰਲੀ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹ ਜਿਹੜਾ ਸਾਰਾ ਕੁਝ ਹੁਣ ਹੋ ਰਿਹਾ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਜਿੱਥੇ ਪ੍ਰਕਾਸ਼ ਸਿੰਘ ਬਾਦਲ 84 ਦੀ ਗੱਲ ਕਰਦੇ ਨੇ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਪ੍ਰਾਈਮ ਮਿਨਿਸਟਰ ਨੂੰ ਬੇਅਦਬੀ ਦੀਆਂ ਘਟਨਾਵਾਂ ਦੀ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਤੋਂ ਇਨਕੁਆਇਰੀ ਕਰਾਉਣ ਦੀ ਗੱਲ ਕਰਦੇ ਨੇ, ਇਹਨਾਂ ਦਾ ਕੰਟੈਕਸਟ ਇਹ ਹੈ ਕਿ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਆ ਨਾ, ਕਿ ਜਿਹੜੀ ਨਰਮ ਖਿਆਲੀ ਪੋਲਿਟਿਕਸ ਜਿਹਦੇ ਵਿੱਚ ਸਿੱਖ ਮੁੱਦੇ ਪਿੱਛੇ ਪੈ ਗਏ ਸੀ, ਜਿਹਦੇ ਕਰਕੇ ਦਲ ਨੂੰ ਸਿੱਖ ਰਾਜਨੀਤਿਕ ਤੌਰ ਤੇ ਨੁਕਸਾਨ ਹੋਇਆ, ਇਹ ਉਸ ਨੁਕਸਾਨ ਚੋਂ ਨਿਕਲ ਕੇ ਸਿੱਖ ਈਡੀਐਮ ਨੂੰ ਸੈਂਟਰ ਸਟੇਜ ਤੇ ਲਿਆ ਕੇ ਕਾਂਗਰਸ ਨੂੰ ਇਹਨਾਂ ਮੁੱਦਿਆਂ ਨਾਲ ਕਾਊਂਟਰ ਕਰਕੇ, ਕਿਉਂਕਿ 84 ਦੀਆਂ ਘਟਨਾਵਾਂ ਦਾ ਮੇਜਰ ਜਿਹੜਾ ਬਲੇਮ ਆ ਉਹ ਤੇ ਕਾਂਗਰਸ ਤੇ ਜਾਂਦਾ ਨਾ। ਸੋ ਇਹ ਪਿਛੋਕੜ ਹੈ। ਹੁਣ ਰਿਹਾ ਤੁਹਾਡਾ ਸਵਾਲ ਕਿ ਜੀ ਪ੍ਰਕਾਸ਼ ਸਿੰਘ ਬਾਦਲ ਇਹਨੇ ਵੀ ਪ੍ਰਾਈਮ ਮਿਨਿਸਟਰ ਨੂੰ ਵੈਲਕਮ ਕਰ ਰਹੇ ਨੇ, ਕਿਸਾਨ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ। ਕਿਸਾਨ ਹੋ ਸਕਦਾ ਹੈ ਕੱਲ ਇਸ ਕਿਸਮ ਦੀ ਸਥਿਤੀ ਪੈਦਾ ਕਰਨ ਜਿੱਥੇ ਰੈਲੀ ਲਈ ਆਵੇ, ਕਿਉਂਕਿ ਕਿਸਾਨਾਂ ਦਾ ਗੁੱਸਾ ਬੀਜੇਪੀ ਦੀ ਕੇਂਦਰ ਦੀ ਸਰਕਾਰ ਨਾਲ ਅਜੇ ਠੰਡਾ ਨਹੀਂ ਹੋਇਆ ਤੇ ਕਿਸਾਨਾਂ ਦੀਆਂ ਬਹੁਤੀਆਂ ਮੰਗਾਂ ਅਜੇ ਵੀ ਮੰਨੀਆਂ ਨਹੀਂ ਗਈਆਂ। ਸੋ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਇਸ ਕਿਸਾਨੀ ਗੁੱਸੇ ਨੂੰ ਇਗਨੋਰ ਕਰਕੇ ਵੈਲਕਮ ਕਿਉਂ ਕਰ ਰਹੇ ਨੇ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਚਾਹੇ ਅਕਾਲੀ ਦਲ ਇਸ ਵੇਲੇ ਬੀਐਸਪੀ ਨਾਲ ਮਿਲ ਕੇ ਚੋਣਾਂ ਲੜ ਰਿਹਾ ਹੈ, ਪਰੰਤੂ ਤੁਹਾਨੂੰ ਇਹ ਗੱਲ ਯਾਦ ਹੋਏਗੀ ਜਦੋਂ 3 ਆਰਡੀਨੈਂਸਸ ਆਏ, ਜਿਹੜੇ ਬਾਅਦ ਵਿੱਚ ਕਾਨੂੰਨ ਬਣਾਏ, ਉਹਨਾਂ ਦਾ ਸ਼ੁਰੂ ਵਿੱਚ ਅਕਾਲੀ ਦਲ ਨੇ ਸਮਰਥਨ ਕੀਤਾ। ਅਕਾਲੀ ਦਲ ਨੂੰ ਤੇ ਉਦੋਂ ਬੀਜੇਪੀ ਦਾ ਅਲਾਇੰਸ ਛੱਡਣਾ ਪਿਆ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਇਹ ਰਾਜਨੀਤਿਕ ਮਜਬੂਰੀ ਬਣ ਗਈ। ਜਾਣੀ ਕਿ ਜੇ ਪੰਜਾਬ ਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਅਕਾਲੀ ਦਲ ਦਾ ਵਿਰੋਧ ਨਾ ਕਰਦੀਆਂ, ਫਿਰ ਅਕਾਲੀ ਦਲ ਨੇ ਬੀਜੇਪੀ ਦਾ ਅਲਾਇੰਸ ਨਹੀਂ ਸੀ ਛੱਡਣਾ, ਕਿਉਂਕਿ ਅਕਾਲੀ ਦਲ ਨੂੰ ਹਮੇਸ਼ਾ ਇੱਕ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੇ ਕੰਟੈਕਸਟ ਵਿੱਚ ਇੱਕ ਵਿਨਿੰਗ ਕੰਬੀਨੇਸ਼ਨ ਹੈ। ਸੋ ਦੱਸਣਾ ਮੈਂ ਤੁਹਾਨੂੰ ਇਹ ਚਾਹੁੰਦਾ ਕਿ ਅਕਾਲੀ ਦਲ ਦੀ ਨੰਬਰ 1 ਪ੍ਰਾਇੋਰਟੀ ਬੀਜੇਪੀ ਹਮੇਸ਼ਾ ਰਹੀ ਹੈ, ਬੀਐਸਪੀ ਪ੍ਰਾਇੋਰਟੀ ਨੰਬਰ 1 ਨਹੀਂ ਰਹੀ। ਬੀਐਸਪੀ ਨਾਲ ਜਿਹੜਾ ਅਕਾਲੀ ਦਲ ਨੇ ਅਲਾਇੰਸ ਕੀਤਾ ਉਹ ਤਾਂ ਮਜਬੂਰੀ ਕਰਕੇ ਕੀਤਾ। ਮਜਬੂਰੀ ਆਪਾਂ ਜਾਣਦੇ ਹਾਂ ਕਿ ਬੀਜੇਪੀ। ਮੈਂ ਅਗਲੀ ਗੱਲ ਵਾਲੇ ਪਾਸੇ ਡਾਕਟਰ ਸਾਹਿਬ ਆ ਰਹੇ ਹਾਂ। ਜਿਸ ਤਰੀਕੇ ਦੇ ਨਾਲ ਇਹ ਕਰ ਰਹੇ ਨੇ, ਸਵਾਗਤ ਕਰ ਰਹੇ ਨੇ ਕਿਸਾਨਾਂ ਦੀਆਂ, ਜਿਵੇਂ ਤੁਸੀਂ ਸਮਝ ਹੀ ਚੁੱਕੇ ਹੋ ਕਿ ਮੈਂ ਕੀ ਸਵਾਲ ਕਰਨਾ ਚਾਹੁੰਦਾ, ਕਿਸਾਨਾਂ ਦੇ ਵਿਰੋਧ ਨੂੰ ਇਗਨੋਰ ਕਰਕੇ ਪੀਐਮ ਦਾ ਸਵਾਗਤ ਕਰ ਰਹੇ ਨੇ, ਕਿਸਾਨਾਂ ਮੰਗਾਂ ਨੂੰ ਪਿੱਛੇ ਛੱਡ ਕੇ, ਕਿਤੇ ਦਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਨਹੀਂ ਜਾਂ ਅਕਾਲੀ ਦਲ ਨੂੰ ਤਾਂ ਨਹੀਂ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ? ਕਿਉਂਕਿ ਜੇ ਕਿਸਾਨ ਕਹਿਣਗੇ ਕਿ ਦੇਖੋ ਜੀ ਇਹਨਾਂ ਦਾ ਫਿਰ ਬੀਜੇਪੀ ਵਾਲਾ ਪ੍ਰੇਮ ਜਿਹੜਾ ਜਾਗ ਪਿਆ, ਇਹ ਇਸ਼ਾਰਾ ਕਿਤੇ ਨਾ ਕਿਤੇ ਇਸ ਵਾਲੇ ਪਾਸੇ ਵੀ ਕਰਦਾ ਹੈ ਕਿ ਜੇ ਲੋੜ ਪਈ, ਜਿਵੇਂ ਆਪਾਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਪ੍ਰੋਗਰਾਮ ਕੀਤਾ, ਹਾਲਾਂਕਿ ਤੁਸੀਂ ਸੰਭਾਵਨਾ ਜਤਾਈ ਵੀ ਸੀ, ਇੱਕ ਵਾਰ ਮੈਂ ਫਿਰ ਪੁੱਛਣਾ ਚਾਹਾਂਗਾ
ਕਿ ਇਹ ਪਿਆਰ ਜਿਹੜਾ ਜਾਗ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ, ਚਾਹੇ ਉਹ ਸਿਆਸੀ ਤੌਰ ਤੇ ਹੀ ਹੋਵੇ ਨਰਿੰਦਰ ਮੋਦੀ ਦੇ ਲਈ, ਇਹ ਸੁਭਾਵਿਕ ਹੈਗਾ ਕਿ ਜੇ ਚੋਣਾਂ ਤੋਂ ਬਾਅਦ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਲੋਕ ਕਹਿ ਰਹੇ ਨੇ ਹੰਗ ਅਸੈਂਬਲੀ ਆਏਗੀ, ਗਠਜੋੜ ਸਰਕਾਰ ਬਣੇਗੀ, ਜੇ ਲੋੜ ਪੈਂਦੀ ਹੈ ਤਾਂ ਕੀ ਲੱਗਦਾ ਹੈ ਕਿ ਦੁਬਾਰਾ ਫਿਰ ਆਪਸ ਦੇ ਵਿੱਚ ਹੱਥ ਮਿਲ ਸਕਦੇ ਨੇ, ਜੱਫੀਆਂ ਪੈ ਸਕਦੀਆਂ ਨੇ? ਇਸ ਹੋਰ ਇਸ਼ਾਰਾ ਕਰਦਾ ਹੈ ਤੇ ਕਿੰਨਾ ਕੁ ਨੁਕਸਾਨ ਜਿਹੜਾ ਇਸ ਇਸ਼ਾਰੇ ਦਾ, ਇਸ ਸਵਾਗਤ ਦਾ ਅਕਾਲੀ ਦਲ ਨੂੰ ਕਰਨਾ ਪਊਗਾ? ਦੇਖੋ, ਅਕਾਲੀ ਦਲ ਨੂੰ ਪਹਿਲਾਂ ਹੀ ਇਸ ਗੱਲ ਦਾ ਨੁਕਸਾਨ ਹੋ ਚੁੱਕਿਆ ਹੈ ਕਿ ਅਕਾਲੀ ਦਲ ਨੇ ਸ਼ੁਰੂ ਵਿੱਚ ਇਹ 3 ਆਰਡੀਨੈਂਸ ਦਾ ਸਵਾਗਤ ਕੀਤਾ। ਇਹਦਾ ਨੁਕਸਾਨ ਅਕਾਲੀ ਦਲ ਨੂੰ ਹੋ ਚੁੱਕਿਆ। ਉਸ ਨੁਕਸਾਨ ਨੂੰ ਘਟਾਉਣ ਲਈ ਹੀ ਅਕਾਲੀ ਦਲ ਨੇ ਬੀਜੇਪੀ ਦਾ ਅਲਾਇੰਸ ਤੋੜਿਆ। ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਆਪਣੇ ਆਪ ਨੂੰ ਕਿਸਾਨਾਂ ਦਾ ਹਮਾਇਤੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇਹ ਕੋਸ਼ਿਸ਼ ਰਹੀ ਹੈ ਕਿ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਨਜ਼ਰ ਆਵੇ, ਕਿਉਂਕਿ ਕਿਸਾਨਾਂ ਦੇ ਮੁੱਦੇ ਤੇ ਅਕਾਲੀ ਦਲ ਇਹ ਅਫੋਰਡ ਹੀ ਨਹੀਂ ਕਰ ਸਕਦਾ ਕਿ ਤੁਸੀਂ ਕਿਸਾਨ ਵਿਰੋਧੀ ਸਟੈਂਡ ਲੈ ਲਵੋ, ਕਿਉਂਕਿ ਟ੍ਰੈਡੀਸ਼ਨਲੀ ਜਿਹੜਾ ਅਕਾਲੀ ਦਲ ਦਾ ਸਪੋਰਟ ਬੇਸ ਹੈ ਉਹ ਪੰਜਾਬ ਦੀ ਜੱਟ ਸਿੱਖ ਪੀਜੈਂਟਰੀ ਸਭ ਤੋਂ ਵੱਡਾ ਸਪੋਰਟ ਬੇਸ ਹੈ। ਸੋ ਗੜਬੜ ਹੋ ਗਈ। ਗੜਬੜ ਹੋਣ ਤੋਂ ਬਾਅਦ ਅਲਾਇੰਸ ਤੋੜ ਲਿਆ, ਉਸ ਨੁਕਸਾਨ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਤੁਹਾਡਾ ਅਸਲੀ ਤੁਹਾਡਾ ਸਵਾਲ ਹੈ, ਦੇਖੋ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਸੀਗੀ, ਅਕਾਲੀ ਦਲ ਬੀਜੇਪੀ ਦਾ ਅਲਾਇੰਸ ਇਲੈਕਸ਼ਨ ਤੋਂ ਪਹਿਲਾਂ ਤਾਂ ਹੋ ਨਹੀਂ ਸਕਦਾ, ਕਿਉਂਕਿ ਅਕਾਲੀ ਦਲ ਨੇ ਬੀਐਸਪੀ ਨਾਲ ਅਲਾਇੰਸ ਕਰ ਲਿਆ ਤੇ ਇੱਥੋਂ ਵਾਪਸ ਆਉਣਾ ਅਕਾਲੀ ਦਲ ਲਈ ਪੋਸੀਬਲ ਨਹੀਂ ਹੈਗਾ। ਇਸ ਕਰਕੇ 2022 ਦੀ ਇਲੈਕਸ਼ਨ ਬਿਲਕੁਲ ਹੀ ਅਕਾਲੀ ਦਲ ਬੀਐਸਪੀ ਨਾਲ ਮਿਲ ਕੇ ਲੜੇਗਾ। ਪਰੰਤੂ ਮੈਂ ਇਹ ਗੱਲ ਅੱਜ ਤੁਹਾਡੇ ਚੈਨਲ ਤੇ ਕਹਿ ਰਿਹਾ, ਜੇ 2022 ਦੀ ਇਲੈਕਸ਼ਨ ਤੋਂ ਬਾਅਦ ਅਕਾਲੀ ਦਲ ਬੀਜੇਪੀ ਇਸ ਸਥਿਤੀ ਵਿੱਚ ਹੋਣ ਕਿ ਦੋਨੋਂ ਮਿਲ ਕੇ ਸਰਕਾਰ ਬਣਾ ਸਕਦੇ ਹੋਣ, ਤਾਂ ਮੈਨੂੰ ਤਾਂ ਇਹ ਬਿਲਕੁਲ ਸੰਭਾਵਨਾ ਨਜ਼ਰ ਆਉਂਦੀ ਹੈ ਕਿ ਅਕਾਲੀ ਦਲ ਬੀਜੇਪੀ, ਜਿਹਨੂੰ ਆਪਾਂ ਪੋਸਟ ਪੋਲ ਅਲਾਇੰਸ ਕਹਿੰਦੇ ਆ, ਪੋਸਟ ਪੋਲ ਅਲਾਇੰਸ ਕਰ ਸਕਦਾ ਹੈ। ਇਹ ਦੁਬਾਰਾ ਜੱਫੀ ਪਾ ਸਕਦੇ ਨੇ। ਇਸ ਗੱਲ ਤੋਂ ਮੈਨੂੰ, ਤੁਸੀਂ ਇਹਨੂੰ ਇਸ ਤਰ੍ਹਾਂ ਕਹਿ ਲਓ, ਮੈਨੂੰ ਤੇ ਐ ਨਜ਼ਰ ਆ ਰਿਹਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਇਹ ਸਾਰੀਆਂ ਸਟੇਟਮੈਂਟਾਂ ਦੇ ਕੇ ਜਿਹੜੇ ਉਹਨਾਂ ਦੇ ਬੀਜੇਪੀ ਪ੍ਰਤੀ ਦਰਵਾਜ਼ੇ ਨੇ ਨਾ, ਬੀਜੇਪੀ ਲਈ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਸੋ ਇਸ ਕਰਕੇ ਇਹ ਬਿਲਕੁਲ ਇਹ ਸੰਭਾਵਨਾ ਹੈਗੀ ਆ ਕਿ ਜੇ ਕੱਲ ਨੂੰ ਇਸ ਕਿਸਮ ਦੀ ਸਥਿਤੀ ਪੈਦਾ ਹੁੰਦੀ ਹੈ, ਫਿਰ ਅਕਾਲੀ ਦਲ ਦਾ ਤੇ ਬੀਜੇਪੀ ਦਾ ਅਲਾਇੰਸ ਪੰਜਾਬ ਵਿੱਚ ਦੇਖਣ ਨੂੰ ਸਾਨੂੰ ਦੁਬਾਰਾ ਮਿਲੇ। ਸੋ ਇਹਦਾ ਕੰਟੈਕਸਟ ਇਹ ਹੈ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਸਵਾਗਤ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਕੱਲ ਵੀ ਮੁਲਾਕਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਸਿਰਫ ਇਹ ਫਿਲਹਾਲ ਦੇ ਲਈ ਗੱਲੀ ਬਾਤੀ ਸਵਾਗਤ ਹੈ, ਜਾਂ ਇੱਕ ਚੋਗਾ ਪਾਉਣ ਦੀ ਕੋਸ਼ਿਸ਼ ਹੈ ਬੀਜੇਪੀ ਨੂੰ, ਕਿਉਂਕਿ ਸਿੱਧੇ ਤੌਰ ਤੇ ਗੱਲ ਕਰਨ ਦੀ ਜਾਂ ਪੇਸ਼ਕਸ਼ ਦੇਣ ਦੀ ਗੱਲ ਹੋ ਸਕਦੀ ਹੈ? ਨਹੀਂ, ਦੇਖੋ, ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਣਗੇ, ਕੋਈ ਅਕਾਲੀ ਦਲ ਦਾ ਨੁਮਾਇੰਦਾ ਵੀ ਨਹੀਂ ਮਿਲੇਗਾ। ਜਿੱਥੋਂ ਤੱਕ ਪ੍ਰੋਟੋਕੋਲ ਦਾ ਸਵਾਲ ਹੈ, ਪ੍ਰੋਟੋਕੋਲ ਦੇ ਤੌਰ ਤੇ ਪ੍ਰਧਾਨ ਮੰਤਰੀ ਨੂੰ ਸੂਬੇ ਦੇ ਮੁੱਖ ਮੰਤਰੀ ਤੇ ਆਪਣੇ ਰਾਜਪਾਲ ਉਹ ਮਿਲਦੇ ਨੇ, ਉਹ ਮਿਲਣਗੇ, ਉਹ ਪ੍ਰੋਟੋਕੋਲ ਹੈ। ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਸਰਕਾਰ ਦਾ ਹਿੱਸਾ ਨਹੀਂ ਹੈਗੇ, ਇਸ ਕਰਕੇ ਪ੍ਰੋਟੋਕੋਲ ਦੇ ਮੁਤਾਬਕ ਉਹਨਾਂ ਦਾ ਮਿਲਣਾ ਨਹੀਂ ਬਣਦਾ। ਤੇ ਜੇ ਮਤਲਬ ਅਦਰਵਾਈਜ਼ ਮਿਲਣ ਦੀ ਕੋਸ਼ਿਸ਼ ਕਰਦੇ ਨੇ, ਉਹਦਾ ਮੈਸੇਜ ਠੀਕ ਨਹੀਂ ਜਾਏਗਾ, ਕਿਉਂਕਿ ਇਸ ਵੇਲੇ ਅਕਾਲੀ ਦਲ ਆਪਣੇ ਆਪ ਨੂੰ ਬੀਜੇਪੀ ਦਾ ਨਾਲ ਖੜਾ ਦੇ ਤੌਰ ਤੇ ਦੇਖਿਆ ਜਾਵੇ, ਇਹ ਨਹੀਂ ਚਾਹੁੰਦਾ। ਮਤਲਬ ਅਕਾਲੀ ਦਲ ਇਹ ਨਹੀਂ ਚਾਹੇਗਾ ਕਿ ਪੰਜਾਬ ਦੇ ਲੋਕ ਇਹ ਮਹਿਸੂਸ ਕਰਨ ਕਿ ਇਸ ਵੇਲੇ ਅਕਾਲੀ ਦਲ ਬੀਜੇਪੀ ਦੇ ਨਾਲ ਖੜਾ ਹੈ। ਇਸ ਕਰਕੇ ਇਸ ਵੇਲੇ ਤਾਂ ਅਕਾਲੀ ਦਲ ਤੇ ਬੀਜੇਪੀ ਦੇ ਰਸਤੇ ਅਲੱਗ-ਅਲੱਗ ਨੇ। ਜਿਸ ਪਰਮੂਟੇਸ਼ਨ ਤੇ ਕੰਬੀਨੇਸ਼ਨ ਨਾਲ ਅਕਾਲੀ ਦਲ ਤੇ ਬੀਜੇਪੀ ਚੋਣ ਲੜਨ ਜਾ ਰਹੇ ਨੇ, ਉਹ ਰਸਤੇ ਅਲੱਗ ਨੇ, ਅਲੱਗ-ਅਲੱਗ ਪਲੇਟਫਾਰਮ ਨੇ। ਸੋ ਇਸ ਕਰਕੇ ਕੋਈ ਇਨਫਾਰਮਲ ਕਿਸਮ ਦੀ ਮੀਟਿੰਗ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਪ੍ਰਧਾਨ ਮੰਤਰੀ ਨਾਲ ਕਰੇ, ਉਹਦੀ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ। ਪਰੰਤੂ ਇਹ ਗੱਲ ਮੈਂ ਜ਼ਰੂਰ ਜ਼ੋਰ ਦੇ ਕੇ ਕਹਿ ਰਿਹਾ ਕਿ ਜੇ ਕੱਲ ਨੂੰ ਚੋਣਾਂ ਤੋਂ ਬਾਅਦ ਇਸ ਕਿਸਮ ਦੀ ਸਥਿਤੀ ਪੈਦਾ ਹੁੰਦੀ ਹੈ, ਫਿਰ ਮੈਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਾਂਗਾ ਕਿ ਅਕਾਲੀ ਦਲ ਬੀਜੇਪੀ ਇੱਕ ਵਾਰ ਫਿਰ ਪੰਜਾਬ ਵਿੱਚ ਅਲਾਇੰਸ ਕਰਕੇ ਸਰਕਾਰ ਬਣੇ। ਜੇ ਇਸ ਕਿਸਮ ਦੀ ਸਥਿਤੀ ਪੈਦਾ ਹੁੰਦੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਰਲ ਕੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੋਣ। ਸੋ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੁਖਵਿੰਦਰ, ਥੈਂਕ ਯੂ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ
ਅਹਿਮ ਮਸਲਿਆਂ ਦੇ ਉੱਪਰ, ਇਸ ਅਹਿਮ ਖਬਰ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।